क्वेश्चन है द फॉलोइंग ग्राफ शोज द अमाउंट ऑफ गुड्स ट्रांसपोर्टेड इन द यूके from 1974 to 2002 and summarize the information by selecting and reporting the main features and make comparisons where relevant. तो ये स्टेटमेंट सारा सेम होएगी. अमाउंट ऑफ गुड्स ट्रांसपोर्टेड इन द यूके, इन द यूके है, टू द यूके नहीं है. दैट मीन्स एक्सपोर्ट इंपोर्ट नहीं है. जो गुड्स ट्रांसपोर्ट हुई हैं यूके के अंदर ਉਹਦੀ ਗੱਲ ਹੋ ਰਹੀ है. रोड के थ्रू, वाटर, रेल ते पाइपलाइन. गुड इवनिंग. गुड इवनिंग. 1974 ਤੋਂ ਲੈ ਕੇ 2002 ਤੱਕ ਆਪਾਂ ਜੇ ਇਹਨੂੰ ਨੋਟਿਸ ਕਰੀਏ, ਥੋੜਾ ਜਿਹਾ ਆਪਾਂ ਟ੍ਰੈਂਡ ਵੱਲ ਥੋੜਾ ਧਿਆਨ ਦਿੰਦੇ ਹਾਂ. ਜਿਹੜੇ ਰੋਡ ਦੇ ਥਰੂ ਗੁੱਡਸ ਟਰਾਂਸਪੋਰਟ ਹੋਈਆਂ, ਫਸਟ ਆਫ ਆਲ ਜਿਹੜੀਆਂ ਗੁੱਡਸ ਟਰਾਂਸਪੋਰਟ ਹੋਈਆਂ ਉਹ ਮਿਲੀਅਨ ਟਨਸ ਦੇ ਵਿੱਚ ਹੈ. ਤੇ ਇਹ ਵੈਲਿਊ ਸਟਾਰਟ ਹੋਈ ਸੀ 70 ਤੋਂ ਰੋਡ ਦੀ, ਤੇ ਆਲਮੋਸਟ ਖਤਮ ਹੋਈ ਹੈ 100 ਮਿਲੀਅਨ ਟਨਸ ਤੇ ਆਲਮੋਸਟ. ਸੋ ਓਵਰਆਲ ਇਨਕਰੀਜ਼ ਹੈ. ਸੋ ਆ ਜਿਹੜੀ ਵੈਲਿਊਜ਼ ਹੈ ਦੋਨੋਂ ਇਹ ਸਟਾਰਟ ਹੋਈਆਂ 40 ਤੇ. ਵਾਟਰ ਤੇ ਰੇਲ, ਜਿਹੜਾ ਵਾਟਰ ਹੈ ਉਹ ਇੱਥੇ ਥੋੜਾ ਸਿਗਨੀਫਿਕੈਂਟ ਇਨਕਰੀਜ਼ ਹੈ, ਬਟ ਉਸ ਤੋਂ ਬਾਅਦ ਕਾਫੀ ਹੱਦ ਤੱਕ ਆਲਮੋਸਟ ਕੌਨਸਟੈਂਟ ਰਿਹਾ. ਇੱਕ ਡਿਪ ਆਇਆ ਇੱਥੇ ਹਲਕਾ ਜਿਹਾ ਸਲਾਈਡ, ਤੇ ਉਸ ਤੋਂ ਬਾਅਦ ਫਿਰ ਇਨਕਰੀਜ਼ ਹੋਇਆ ਤੇ ਇਹ ਵੈਲਿਊ ਪਹੁੰਚ ਗਈ ਆਲਮੋਸਟ 65 ਤੇ. ਤੇ ਜਿਹੜੀ ਦੂਸਰੀ ਵੈਲਿਊ ਸੀ ਉਹ ਡਿਕਰੀਜ਼ ਹੋਈ ਹੈ ਤੇ ਇੱਥੇ ਲੋਐਸਟ ਤੇ ਗਿਆ ਹੈ ਆਲਮੋਸਟ ਆਈ ਥਿੰਕ 25 ਔਰ ਸਮਥਿੰਗ. ਠੀਕ ਹੈ, ਸਲਾਈਟਲੀ ਅਬਵ ਹੋਏਗਾ ਤੇ ਦੈਨ ਅਗੇਨ 40 ਤੱਕ ਪਹੁੰਚ ਗਿਆ ਹੈ, ਜਾਂ ਸਲਾਈਟਲੀ ਅਬਵ 40 ਤੱਕ ਪਹੁੰਚ ਗਿਆ ਹੈ. ਇਹਦੇ ਵਿੱਚ ਜੋ ਵੈਲਿਊਜ਼ ਹੈ ਜਾਂ ਫਿਗਰਸ ਜਿਹੜੀਆਂ ਦਿੱਤੀਆਂ ਉਹ ਸਟਾਰਟ ਹੁੰਦਾ ਆਲਮੋਸਟ 5 ਤੋਂ, ਕਿਉਂਕਿ ਇੱਥੇ 10 ਹੋ ਜਾਏਗਾ, ਹਾਫ ਉਹਦਾ ਵੀ ਹਾਫ ਹੋ ਜਾਂਦਾ ਆਲਮੋਸਟ 5 ਤੋਂ. ਅਤੇ ਇੱਥੇ ਵੀ ਸਲਾਈਟ ਇਨਕਰੀਜ਼ ਹੈ, ਫਿਰ ਇਨਕਰੀਜ਼ ਹੈ, ਫਿਰ ਥੋੜ੍ਹਾ ਬਹੁਤ ਇਨਕਰੀਜ਼ ਹੁੰਦਾ ਰਿਹਾ, ਫਿਰ ਇਨਕਰੀਜ਼ ਹੈ. ਸੋ ਇੱਥੇ ਤੱਕ ਪਹੁੰਚ ਗਿਆ ਜੋ ਕਿ ਆਲਮੋਸਟ 23-24 ਤੱਕ ਹੋਏਗਾ. ਠੀਕ ਹੈ, ਅਤੇ ਉਸ ਤੋਂ ਬਾਅਦ ਕੀ ਰਿਹਾ, ਸਟੇਬਲ. ਠੀਕ ਹੈ, ਥਰੂ ਆਊਟ. ਉਸ ਤੋਂ ਬਾਅਦ 1994 ਆਲਮੋਸਟ 1994 ਜਾਂ 5 ਤੱਕ ਇੱਥੇ ਪਹੁੰਚਿਆ. ਉਸ ਤੋਂ ਬਾਅਦ 6, 7, 8, 9, 10, 11, 12. ਠੀਕ ਹੈ, ਉਸ ਤੋਂ ਬਾਅਦ 2002 ਤੱਕ ਇਹ ਸਟੇਬਲ ਰਿਹਾ. ਇਹਨੂੰ ਵੀ ਅਗੇਨ ਆਪਾਂ 4 ਪਾਰਟਸ ਦੇ ਵਿੱਚ ਡਿਵਾਈਡ ਕਰਨਾ ਹੈ. ਇੰਟਰੋਡਕਸ਼ਨ, ਬੋਡੀ ਪੈਰਾ 1, ਬੋਡੀ ਪੈਰਾ 2 ਅਤੇ ਸਮਰੀ. ਕਨਕਲੂਜਨ ਦੀ ਜਗ੍ਹਾ ਆਪਾਂ ਵਰਡ ਸਮਰੀ ਯੂਜ਼ ਕਰਾਂਗੇ. ਸੋ ਜੇ ਆਪਾਂ ਇਹਨੂੰ ਸੋਲਵ ਕਰਨਾ ਹੋਏ, ਇੰਟਰੋਡਕਸ਼ਨ ਜਾਂਦੀ ਹੈ ਦ ਫੋਲੋਇੰਗ ਗ੍ਰਾਫ ਸ਼ੋਜ਼ ਦ ਅਮਾਊਂਟ ਆਫ ਗੁੱਡਸ ਟਰਾਂਸਪੋਰਟਡ ਇਨ ਦ ਯੂਕੇ. ਸੋ ਇਹ ਕਿਹੜਾ ਗ੍ਰਾਫ ਹੈ, ਲਾਈਨ ਗ੍ਰਾਫ. ਸੋ ਆਪਾਂ ਲਿਖਾਂਗੇ ਦ ਪ੍ਰੋਵਾਈਡਡ ਜਾਂ ਰੈਂਡਰਡ ਲਾਈਨ ਗ੍ਰਾਫ compares the, so ਇੱਥੇ amount of goods transported in the UK. so compares ਸੋ ਆਪਾਂ ਗੁੱਡਸ ਦੀ ਜਗ੍ਹਾ ਵਰਡ ਯੂਜ਼ ਕਰ ਸਕਦੇ ਹਾਂ ਕਾਰਗੋ. ਕਾਰਗੋ ਹੁੰਦਾ ਹੈ ਉਹ ਸਮਾਨ ਜਿਹੜਾ ਆਪਾਂ ਟਰਾਂਸਪੋਰਟ ਕਰਦੇ ਹਾਂ ਫਰੋਮ ਵਨ ਪਲੇਸ ਟੂ ਅਨਦਰ. ਸੋ ਹਾਊ ਮਚ ਕਾਰਗੋ, ਇਹਦੇ ਨਾਲ ਹੀ ਆਪਾਂ ਲਿਖ ਸਕਦੇ ਹਾਂ ਇਨ ਮਿਲੀਅਨ ਟਨਸ. ਜਿਹਨੂੰ ਆਪਾਂ ਸੈਪਰੇਟਲੀ ਲਿਖਣਾ, ਸੈਪਰੇਟਲੀ ਵੀ ਲਿਖ ਸਕਦੇ ਹਾਂ. ਵਾਸ transported, so ਇਹ already ਲਿਖਿਆ ਹੋਇਆ transported. was transported ਦੀ ਜਗ੍ਹਾ ਆਪਾਂ ਕੋਈ synonym use ਕਰ ਸਕਦੇ ਹਾਂ. सर शिफ्ट. ਹਾਂਜੀ ਸਰ, delivered, shipped. ਠੀਕ ਹੈ, shipped ਜਨਰਲ ਇੱਕ ਵਰਡ ਹੈ, ਯੂਜ਼ ਕੀਤਾ ਜਾਂਦਾ ਟਰਾਂਸਪੋਰਟੇਸ਼ਨ ਦੇ ਲਈ. ਸਮਾਨ ਨੂੰ, ਹਾਂਜੀ ਆਵਾਜ਼ ਨਹੀਂ ਆ ਰਹੀ. brought. okay,
ते ओके वॉज शिफ्ट वुड बी बेटर हाँ जी ब्रॉड आ सकता बॉट खरीदना नहीं नहीं ब्रॉट भी नहीं नहीं ब्रॉड ब्रॉड ब्रॉट BROUGHT कार्गोस व ब्रॉट नहीं ये भी नहीं आना शिफ्ट इन द यूके फ्रॉम की जगह आप लिखांगे बिटवीन 1974 एक्चुअली एंड बिटवीन दिन एंड आ जाएगा 2002 जे आप इतने लिखना है ये लिख भी सकते हैं कितने ईयर्स हो जाते हैं 7 इन 28 ईयर्स 30 कितना हो गया हाँ बिल्कुल इन 28 ईयर्स ठीक है तो कॉमा बनाएंगे इन 28 ईयर्स ठीक है जो कि बिटवीन 1974 एंड 2002 ये हो गया हुन जो साड़ी इंट्रोडक्शन कंप्लीट हो गई उस तो बाद आप चलो सो उस तो बाद आप लिखांगे इन डिटेल लिख के आप हूँ बॉडी पैरा 1 स्टार्ट करांगे इन कैपिटल जाना चाहिए आई कैपिटल इन डिटेल लिख के आप बॉडी पैरा 1 स्टार्ट कर देंगे सो द प्रोवाइडेड लाइन ग्राफ कंपेयर सॉ मच ठीक है जी हूँ आप स्टार्ट करांगे सब तो उपर जी वैल्यू है रोड ये कितने स्टार्ट होंगी है 70 तो कितने हिट होंगी है ऑलमोस्ट 100 ते ठीक है 70 तो स्टार्ट होके ऑलमोस्ट की कर रहे हो नहीं सुन रहा की कर रहे हो चलो कोई गल नहीं सो अपवर्ड ट्रेंड है ਇਹਦਾ ਤੇ लिख के सेंड कर दो मैसेज ਤੇ सो इन डिटेल 70 ਮਿਲੀਅਨ ਕਾਰਗੋ ਦਾ ਮੀਨਿੰਗ ਪੁੱਛ ਰਹੀ ਹਾਂ ਕਾਰਗੋ ਦਾ ਮੀਨਿੰਗ ਕੀ ਹੁੰਦਾ ਕਾਰਗੋ ਹੁਣ ਵਰਡ ਸਮਝ ਆਇਆ ਕਾਰਗੋ ਹੁੰਦਾ ਹੈ ਗੁੱਡਸ ਜਿਹੜੀਆਂ ਟਰਾਂਸਪੋਰਟ ਕੀਤੀਆਂ ਜਾਂਦੀਆਂ ਫਰੋਮ ਵਨ ਪਲੇਸ ਟੂ ਅਨਦਰ ਓਕੇ ਸਰ ਓਕੇ in detail 70 million tons चलो हूँ पूरा लिख लिया तो कोई गल नहीं tons of goods were transported by road in 1974. This number या value या amount rose to just below 100 million tons in 2002 although there were small drops in 1982 and I think 1995 क्योंकि ये 1994 तो थोड़े जे अगे है फिर स्मॉल ड्रॉप्स किन्ने सी वो दसन की लोड़ नहीं है हुण मैं इत्थे एक्चुअली स्मॉल ड्रॉप्स क्यों दस्से है सब तो पहले आप समझते हैं 2 स्मॉल ड्रॉप्स देयर वर स्मॉल ड्रॉप्स 1992 ਤੇ 1993 सो वैल्यू 70 तो स्टार्ट हुई तो कितने खत्म हुई 100 ਤੇ सो ये जिहड़ा पैटर्न है
ये इदा जाना चाहिए है, बट इत्थे एक फॉल आया तो इत्थे एक फॉल आया। सो ये जड़ा ड्रॉप सीगा दो, ये अपनी नैचुरल टेंडेंसी के अगेंस्ट सीगी, इस करके आप इनू की कीता हाईलाइट। ठीक है, उस तो बाद हुण आपां इदां भी कर सकते कि आपां इनू एक्सप्लेन कर दीए तो फिर इनू एक्सप्लेन करिए, इनू एक्सप्लेन करिए। आई थिंक मैं जा रहा हाँ लास्ट सीक्वेंस के नाल, इन्ना आपां पहला डिफाइन करांगे। सो इनू आपां स्टार्ट कर रहे हैं, ये वैल्यू है लास्ट पाइपलाइन। पाइपलाइन वर्ड आप यूज़ किया ऑन दी अदर हैंड, सो एक कनैक्टर है। सो पाइपलाइन ऑन दी अदर हैंड was used to deliver just 5 metric tons of cargo in 1975, after which it increased to a पहुंच जाता है almost 20, I think 3 or 4 to almost 23 million tons in 1995 and remained constant till the end। उस तो बाद ये कांस्टेंट रहा एंड तक। नेक्स्ट आपां पैराग्राफ स्टार्ट करना है with regard to rail and water transport, with regard to rail and water transport। दोनों ऑलमोस्ट 40 मिलियन टन्स लिए यूज़ किया जाता सी 1974। सो कंपाउंड सेंटेंस बन जाएगा बोथ इतने भी लिखे थे ना, पाइपलाइन वॉज यूज्ड टू डिलीवर, तो बोथ वर यूज्ड इन थोड़ा डिफरेंट सेंटेंस बनाइए जो आप देयर वाला कोई सेंटेंस बनाने हैं। So these were used for 40 million tons of shipment। ठीक है, these there नहीं, sorry, both लिख लेना।
With regard to rail and water transport, both were used for 40 million tons of shipments in the beginning of the given time period. The amount of goods transported through water reached to 65 million tons in 2002. However, it remained constant, almost constant, from 1980 to almost 1994. The amount of goods transported through water reached to 65 million tons in 2000. However, it remained almost constant. However, in the class C, despite remaining almost constant from 1980 to 1994. ठीक है. Then अपन गल कर रहे हैं रेल. By contrast, so by contrast, there was a decrease in the amount of rail transportation and it reached to its lowest point of 25 metric tons in 1995.
By contrast, there was a decrease in the amount of railway transport, and it reached to its lowest point of 25 metric ton into 1995. However, it came back to its previous value of 1974 in 2002. थोड़ी वैल्यू ज़्यादा हो गई है, 169 वर्ड्स हो गया ओवरऑल. There was it. There was an upward trend in the amount of goods transported through there was an upward trend in the amount of goods transported through all the modes except in railways. In addition, road was the most popular mode of shipment throughout. So 199. So this is the answer. I think it is okay. सर मैं एक चीज पूछनी ਸੀ. दो पूछ लो. ਸਰ ਜਿੱਥੇ ਤੁਸੀਂ ਔਨ ਦੀ ਅਦਰ ਹੈਂਡ ਲਿਖਿਆ, ਹਾਂਜੀ ਸਰ ਉਹ ਔਨ ਦੀ ਅਦਰ ਹੈਂਡ ਤੁਸੀਂ ਕਨੈਕਟਰ ਯੂਜ਼ ਕੀਤਾ, ਪਰ ਉਹ ਤਾਂ ਆਪੋਜ਼ਿਟ ਸਾਈਡ ਦੱਸਣੀ ਹੁੰਦੀ ਨਾ, ਪਰ ਉਹ ਤਾਂ ਸੀਗਾ ਇਨਕਰੀਜ਼ਿੰਗ, ਉਹ ਵੀ ਤਾਂ ਇਨਕਰੀਜ਼ਿੰਗ ਆ, ਫਿਰ ਕਿਉਂ ਆਪੋਜ਼ਿਟ ਦੱਸਿਆ? ਇੱਥੇ ਮੈਂ ਜਦੋਂ ਹਾਂ ਮੋਸਟ ਲਾਈਕਲੀ ਤੁਸੀਂ ਸਹੀ ਕਹਿ ਰਹੇ ਹੋ ਕਿ ਔਨ ਦੀ ਅਦਰ ਹੈਂਡ ਆਪਾਂ ਇੱਥੇ 70 ਮਿਲੀਅਨ ਸੀਗਾ ਨਾ, ਅਤੇ ਉਹਨੂੰ ਸਮਹਾਓ ਕੰਟਰਡਿਕਟ ਕੀਤਾ ਆਪਾਂ ਆਪੋਜ਼ਿਟ 70 ਮਿਲੀਅਨ ਟਨਸ ਇੱਥੇ, ਅਤੇ ਜਦੋਂ ਮੈਂ ਔਨ ਦੀ ਅਦਰ ਹੈਂਡ ਲਿਖਿਆ ਉੱਥੇ ਆਹ ਜਿਹੜਾ ਵਰਡ ਹੈ ਨਾ ਜਸਟ, ਇਹ ਸਾਨੂੰ ਸਮਹਾਓ ਹੈਲਪ ਕਰਦਾ ਕਿ ਆਪਾਂ ਇਹ ਕਨੈਕਟਰ ਯੂਜ਼ ਕਰ ਪਾਈਏ. ਨਹੀਂ ਸਮਝ ਆਈ? ਮੈਂ ਦੱਸ ਮੈਂ ਲਿਖਿਆ ਜਦੋਂ ਪਾਈਪਲਾਈਨ ਔਨ ਦੀ ਅਦਰ ਹੈਂਡ ਵਾਜ਼ ਯੂਜ਼ ਟੂ ਡਿਲੀਵਰ ਜਸਟ 5 ਮੈਟਰਿਕ ਟਨਸ ਆਫ ਕਾਰਗੋ ਇਨ 1987. ਜਿਹੜਾ ਵਰਡ ਦਾ ਐਮਫਸਿਸ ਹੁੰਦਾ ਨਾ, ਜਦੋਂ ਆਪਾਂ ਕਿਸੇ ਵਰਡ ਦੇ ਉੱਤੇ ਐਮਫਸਿਸ ਕਰੀਏ ਉਹਨਾਂ ਕੋਈ ਸਰਟਨ ਵਰਡ ਨਾ, ਠੀਕ ਹੈ, ਤਾਂ ਉਹਦਾ ਮੀਨਿੰਗ ਕਾਫੀ ਹੱਦ ਤੱਕ ਚੇਂਜ ਹੋ ਜਾਂਦਾ ਹੈ. ਜਦੋਂ ਆਪਾਂ ਸਪੀਕਿੰਗ ਦੇ ਵਿੱਚ ਵੀ ਕੁਛ ਵਰਡਸ 'ਤੇ ਜਦੋਂ ਆਪਾਂ ਬਹੁਤ ਫੋਕਸ ਕਰਦੇ ਹਾਂ ਨਾ, ਉਦੋਂ ਕਾਫੀ ਹੱਦ ਤੱਕ ਸੈਂਟੈਂਸਿਸ ਦਾ ਮੀਨਿੰਗ ਚੇਂਜ ਹੋ ਜਾਂਦਾ ਕਿ ਆਪਾਂ ਕੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ. ਉਹਦੇ ਬੇਸ 'ਤੇ
ਆਪਾਂ ਇਹ ਕਨੈਕਟਰ ਯੂਜ਼ ਕਰ ਪਾ ਰਹੇ ਹਾਂ ਔਨ ਦੀ ਅਦਰ ਹੈਂਡ। ਸੋ ਮੈਂ ਇੱਥੇ ਜਸਟ 5 ਮੈਟ੍ਰਿਕ ਟਨ, ਤੁਸੀਂ ਇਹਨੂੰ ਪੜ੍ਹ ਕੇ ਦੇਖੋ ਤਾਂ ਇੱਕ ਵਾਰ, ਪਾਈਪਲਾਈਨ ਔਨ ਦੀ ਅਦਰ ਹੈਂਡ ਵਾਜ਼ ਯੂਜ਼ਡ ਟੂ ਡਿਲੀਵਰ ਜਸਟ। ਓਕੇ, ਮਤਲਬ ਕਿ ਉਹ 70 ਮਿਲੀਅਨ ਹੁੰਦਾ ਸੀਗਾ, ਹਨਾ ਇਦਾਂ ਹਾਂਜੀ ਕੁਛ ਆ? ਹਾਂਜੀ। ਅਤੇ ਐਕਚੁਅਲੀ ਜੇ ਤੁਸੀਂ ਇਹਨੂੰ ਹੋਰ ਸਪੈਸੀਫਾਈ ਕਰਨਾ ਹੈ ਤਾਂ ਤੁਸੀਂ ਇੱਥੇ ਨਾਲ ਮੈਂਸ਼ਨ ਵੀ ਕਰ ਸਕਦੇ ਹੋ ਬਟ ਇਹਨੂੰ ਫਿਰ ਤੁਹਾਨੂੰ ਦੋਨੋਂ ਕੌਮਾਸ ਦੇ ਵਿੱਚ ਲਿਖਣਾ ਪਏਗਾ। ਹੁਣ ਆਪਾਂ ਇੱਧਰ ਲਿਖਿਆ ਪਾਈਪਲਾਈਨ ਔਨ ਦੀ ਅਦਰ ਹੈਂਡ ਵਾਜ਼ ਯੂਜ਼ਡ ਟੂ ਡਿਲੀਵਰ just 5 metric tons of cargo in 1995, the least favorite transportation mode। ਜਾਂ ਫਿਰ ਇਹਨੂੰ ਇੱਥੇ ਵੀ ਨਾ ਲਿਖ ਕੇ ਨਾ ਤੁਸੀਂ ਇੱਥੇ ਲਿਖੋ, ਫਿਰ ਤੁਹਾਨੂੰ ਆ ਜਿਹੜਾ ਕਨੈਕਟਰ ਹੈ ਇਹਨੂੰ ਵੀ ਇੱਥੋਂ ਸ਼ਿਫਟ ਸਰ ਕਰਨਾ ਤੁਸੀਂ ਪਏਗਾ। ਮਤਲਬ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉੱਪਰ ਹਾਈਐਸਟ ਹੈ ਤੇ ਲੋਐਸਟ, ਇਹ ਦੋ ਅਲੱਗ ਕਰ ਦਿੱਤੇ, ਇਹਦੇ ਵੀ ਆਪੋ ਔਨ ਦੀ ਅਦਰ ਹੈਂਡ ਲਿਖਿਆ ਨਾ ਤੁਸੀਂ? ਕਰੈਕਟ। ਅਤੇ ਸਮਹਾਉ ਜਦੋਂ ਮੈਂ ਉਹਨਾਂ ਨੂੰ ਓਕੇ ਜਸਟ ਸਰ। ਟਰਮ ਨਾਲ ਡਿਫਾਈਨ ਕੀਤਾ ਨਾ, ਦੇ ਵਿਲ ਅੰਡਰਸਟੈਂਡ ਕਿ ਹਾਂ ਕਿ ਮੈਂ ਇਹਨੂੰ ਹਾਈਐਸਟ ਲੋਐਸਟ ਦੇ ਬੇਸ 'ਤੇ ਡਿਫਾਈਨ ਕੀਤਾ। ਆਲਦੋ ਓਕੇ ਓਕੇ ਹੁਣ ਇੱਦਾਂ ਤੁਸੀਂ ਬਿਲਕੁਲ ਇਹਨੂੰ ਆਪਾਂ ਥੋੜ੍ਹੇ ਜਿਹੇ ਚੇਂਜਸ ਜਿਹੜੇ ਕੀਤੇ ਆ। ਔਨ ਦਾ ਅਦਰ ਹੈਂਡ ਪਾਈਪਲਾਈਨ ਦੇ ਨਾਲ ਬ੍ਰੈਕਟ ਪਾਓ, ਦ ਲੀਸਟ ਫੇਵਰਡ ਟਰਾਂਸਪੋਰਟੇਸ਼ਨ ਮੋਡ ਤੋਂ ਬਾਅਦ ਫਿਰ ਕਮਾ ਵਾਜ਼ ਯੂਜ਼ ਟੂ ਡਿਲੀਵਰ। ਸੋ ਆਹ ਜਿਹੜਾ ਪੋਰਸ਼ਨ ਹੈ ਦ ਲੀਸਟ ਫੇਵਰੇਟ ਟਰਾਂਸਪੋਰਟੇਸ਼ਨ ਮੋਡ, ਇਹਨੂੰ ਤੁਸੀਂ ਦੋ ਕੌਮਾਸ ਦੇ ਵਿੱਚ ਰੱਖਣਾ ਹੈ ਜਾਂ ਬ੍ਰੈਕਟ 'ਚ ਰੱਖ ਸਕਦੇ ਹੋ। ਕੌਮਾ ਵੁੱਡ ਵੀ ਬੈਟਰ ਕਿਉਂਕਿ ਇਹ ਐਕਸਪਲੇਨੇਸ਼ਨ ਹੈ। ਓਕੇ ਸਰ। So on the other hand, comma pipeline, the least favorite transportation mode was used to deliver just 5 metric ton of cargo in 1975, after which it increased to, ਇੱਥੇ ਇੱਕ ਆਪਾਂ ਇੱਕ ਹੋਰ ਟੈਂਸ ਫਾਰਮੇਸ਼ਨ ਵੀ ਚੇਂਜ ਕਰਦੇ ਹਾਂ। ਮੈਂ ਇੱਥੇ ਬਾਏ ਲਿਖ ਰਿਹਾ ਅਤੇ ਇੱਥੇ ਫਿਰ ਆਪਾਂ ਇਟ ਹੈਡ ਲਿਖ ਸਕਦੇ ਹਾਂ। ਸੋ ਆਪਾਂ ਇਟ ਹੈਡ ਇਨਕਰੀਜ਼ਡ ਵਰਡ ਯੂਜ਼ ਕਰ ਲੈਂਦੇ ਹਾਂ ਕਿਉਂਕਿ ਆਪਾਂ ਇੱਥੇ ਟਾਈਮ ਨੂੰ ਕਿਹਨਾਂ ਮੈਂਸ਼ਨ ਕਰ ਦਿੰਦੇ ਹਾਂ, ਬਾਏ ਨਾਲ। ਜੇ ਇਹਨਾਂ ਦਾ ਟਾਈਮ ਮੈਂਸ਼ਨ ਕਰਨਾ ਤਾਂ ਫਿਰ ਆਪਾਂ ਇਕੱਲਾ ਇਹਨੂੰ ਹੈਡ ਹੀ ਨਹੀਂ ਲਿਖਾਂਗੇ, ਇਕੱਲਾ ਇਨਕਰੀਜ਼ ਲਿਖਾਂਗੇ। ਠੀਕ ਹੈ, ਕਲੀਅਰ ਹੋ ਗਿਆ ਇਹ? ਯੈਸ। ਹਾਂਜੀ ਸਰ। ਸੋ ਆ ਜੋ ਮੈਂ ਹਾਈਲਾਈਟ ਕਰ ਰਿਹਾ ਇਹ ਕਨੈਕਟਰਸ ਹੈ ਅਤੇ ਰੈਫਰੈਂਸਿੰਗ ਹੈ। ਠੀਕ ਹੈ, ਅਤੇ ਆਪਾਂ ਇਹਦੇ ਵਿੱਚ ਜਿਹੜੀ ਵੇਰੀਏਸ਼ਨਸ ਦੇਣ ਦੀ ਕੋਸ਼ਿਸ਼ ਕੀਤੀ ਹੈ, ਹਾਲਾਂਕਿ ਇਹਨੂੰ ਆਪਾਂ ਨੂੰ ਮੈਟ੍ਰਿਕ ਟਨ ਦਾ ਪੂਰਾ ਲਿਖਣ ਦੀ ਲੋੜ ਨਹੀਂ ਹੈ, ਆਪਾਂ MTP ਲਿਖ ਸਕਦੇ ਹਾਂ ਕਿਉਂਕਿ ਆਪਾਂ ਇੱਥੇ ਰੈਫਰੈਂਸ ਦਿੱਤੀ ਹੋਈ ਹੈ। ਅਤੇ ਇੱਥੇ ਆਪਾਂ ਗੁੱਡਸ ਵਰ ਟਰਾਂਸਪੋਰਟਡ ਲਿਖਿਆ ਸੀ। ਲੈਟਸ ਸੀ ਜੇ ਆਪਾਂ ਕੁਛ ਹੋਰ ਵੇਰੀਏਸ਼ਨਸ ਦੇ ਪਾਈਏ ਤਾਂ ਇੱਥੇ ਆਪਾਂ ਲਿਖਿਆ ਸੀ ਵਾਜ਼ ਯੂਜ਼ਡ ਟੂ ਡਿਲੀਵਰ। ਠੀਕ ਹੈ, ਇੱਥੇ ਆਪਾਂ ਲਿਖਿਆ ਸੀ ਸ਼ਿਪਮੈਂਟਸ were used n metric tons of shipments in the beginning of, ठीक है, transported, reached, transportation, rail transportation। ਸ਼ਿਪਮੈਂਟ ਥਰੂ, ਠੀਕ ਹੈ। ਹੋਰ ਕੋਈ ਵਰਡ ਆਪਾਂ ਯੂਜ਼ ਕਰ ਸਕਦੇ ਹਾਂ? ਟਰਾਂਸਪੋਰਟ ਹੋ ਸਕਦਾ ਹੈ, ਸ਼ਿਪਮੈਂਟ ਹੋ ਸਕਦਾ ਹੈ, ਡਿਲੀਵਰਡ ਜਾਂ ਗੁੱਡਸ।
ਸਪਲਾਈਡ ਕਹਿ ਸਕਦੇ? ਕੀ ਸਪਲਾਈਡ ਸਪਲਾਈਡ ਨਹੀਂ, ਸਪਲਾਈਡ ਨਹੀਂ ਹੋਣਾ। ਸਪਲਾਈ ਕੀਤੇ ਗਏ ਇੰਨਾ ਸਟਰੋਂਗ ਨਹੀਂ ਹੈ ਆਈ ਥਿੰਕ। ਇੱਕ ਅੱਧੀ ਥਾਂ ਦੇ ਉੱਤੇ ਲਿਖ ਸਕਦੇ? ਲਿਖਣ ਨੂੰ ਲਿਖ ਸਕਦੇ ਹੋ, ਇੰਨੇ ਅਮਾਊਂਟ ਆਫ ਗੁੱਡਸ ਵਰ ਸਪਲਾਈਡ। ਨਹੀਂ, ਇਹਦਾ ਨਾ ਲਿਖੋ। ਟਰਾਂਸਪੋਰਟੇਸ਼ਨ, ਟਰਾਂਸਪੋਰਟਡ ਜਾਂ ਸ਼ਿਪਡ, ਇਹ ਵਰਡਸ ਜ਼ਿਆਦਾ ਬੈਟਰ ਹੈ। ਕੋਈ ਹੋਰ ਦਿਮਾਗ ਚ ਨਹੀਂ ਆ ਰਿਹਾ। ਕਾਰਗੋ, ਕੈਰਿਡ, how much cargo was shipped, shipment, both were used for shipments। n amount of good was, ਇੱਥੇ transported ਦੀ ਜਗ੍ਹਾ shipped ਲਿਖ ਰਿਹਾ ਮੈਂ, SHIPPAD, shipped by road, ਤੇ ਇੱਥੇ ਮੈਂ carried ਲਿਖ ਰਿਹਾ। carried word ਆਪਾਂ use ਕਰ ਸਕਦੇ ਹਾਂ। how much amount of cargo was carried। ਕੈਰਿਡ ਵੀ ਮਤਲਬ ਲੈ ਕੇ ਜਾਣਾ ਹੁੰਦਾ ਹੈ। ਕੈਰੀ ਦਾ ਮਤਲਬ ਪਤਾ ਨਾ, ਫੜਨਾ। ਸੋ ਕੈਰੀਡ ਮਤਲਬ ਲੈ ਕੇ ਜਾਣਾ ਨਾਲ ਇਨ ਯੂਕੇ। ਸੋ ਕਿੰਨੇ, ਹਾਊ ਮਚ ਕਾਰਗੋ ਇਨ ਮਿਲੀਅਨ ਟਨਸ ਵਾਸ ਕੈਰੀਡ ਇਨ ਯੂਕੇ। ਸੋ ਇਸ ਤਰ੍ਹਾਂ ਆਪਾਂ ਲਿਖ ਸਕਦੇ ਹਾਂ ਵੇਰੀਏਸ਼ਨਸ ਵਿੱਚ। ਠੀਕ ਹੈ। ਦਿਸ ਨੰਬਰ ਕੀ ਹੈ, ਆਹ ਵਾਲੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਫਿਰ 70 ਮੈਟ੍ਰਿਕ ਟਨਸ। ਰੋਜ਼, ਇੱਥੇ ਆਪਾਂ ਕਿਹੜਾ ਵਰਬ ਯੂਜ਼ ਕੀਤਾ, ਰੋਜ਼। ਹੁਣ ਆਪਾਂ ਵਰਬਸ ਵੀ ਚੈੱਕ ਕਰ ਲੈਂਦੇ ਹਾਂ। ਅਤੇ ਦੇਰ ਵਾਸ small drops, a couple of small drops ਇੱਦਾਂ ਵੀ ਲਿਖ ਸਕਦੇ ਹੋ। least favorite transport was used to deliver, so ਇਹ verb ਹੋ ਗਈਆਂ। had increased, ਉਸ ਤੋਂ ਬਾਅਦ ਇੱਥੇ ਵੀ was used ਕੀਤਾ, ਬਟ ਆਪਾਂ ਇਹ separate line ਸੀਗੀ। there was a decrease, ਸੋ ਇਹਦੇ ਵਿੱਚ ਵਰਬ ਜਿਹੜੀ ਆਈ ਆ ਵਾਸ ਸੀਗੀ। remaining almost constant, despite remaining almost constant for a minute, when reached, to be it reached, came back, ठीक है। सो ये कुछ पूछना है पुछा ने? ਗੁੱਡ ਈਵਨਿੰਗ ਸਰ। ਗੁੱਡ ਈਵਨਿੰਗ ਸਰ ਐਕਚੁਅਲੀ ਮੈਨੂੰ ਓਵਰਆਲ ਲਿਖਣ ਦੇ ਵਿੱਚ ਕਾਫੀ ਪ੍ਰੋਬਲਮ ਆਉਂਦੀ ਆ ਟਾਸਕ 1 ਦੇ ਵਿੱਚ। ਓਕੇ, ਓਵਰਆਲ ਜਿਹੜਾ ਪਾਰਟ ਹੁੰਦਾ ਨਾ, ਆਪਾਂ ਓਵਰਆਲ 'ਚ ਦੋ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਹੈ। ਫਸਟ ਪਾਰਟ ਹੈ ਜਿਹੜਾ ਉਹਨੂੰ ਆਪਾਂ ਉਹਦੇ ਵਿੱਚ ਟ੍ਰੈਂਡ ਡਿਫਾਈਨ ਕਰਨੇ ਆ। ਜਿਹੜੇ ਟ੍ਰੈਂਡਸ ਹੁੰਦੇ ਆ ਉਹ ਕਿਹੜੇ ਹੋ ਸਕਦੇ ਆ? ਇਨਕਰੀਜ਼ਿੰਗ, ਡਿਕਰੀਜ਼ਿੰਗ, fluctuating and constant। ਤੇ ਇਹ ਜਿਹੜੇ ਟ੍ਰੈਂਡਸ ਹੈ ਆਪਾਂ ਦੇਖਣੇ ਕਿੱਦਾਂ ਹੈ, ਹਮੇਸ਼ਾ ਫਸਟ ਵੈਲਿਊ ਨੂੰ ਕੰਸੀਡਰ ਕਰਦੇ ਹੋਏ ਲਾਸਟ ਵੈਲਿਊ। ਜਿੱਦਾਂ ਆਹ ਫਸਟ ਵੈਲਿਊ ਹੈ, ਆਹ ਲਾਸਟ ਵੈਲਿਊ, ਆਹ ਫਸਟ ਵੈਲਿਊ ਹੈ, ਠੀਕ ਹੈ। ਬਟ ਆਹ ਇੱਥੇ ਨੀਚੇ ਆ ਕੇ ਲਾਸਟ ਵੈਲਿਊ, ਆਹ ਫਸਟ ਵੈਲਿਊ, ਲਾਸਟ ਵੈਲਿਊ। ਸੋ ਫਸਟ ਵੈਲਿਊ ਅਤੇ ਲਾਸਟ ਵੈਲਿਊ ਦੇ ਹਿਸਾਬ ਨਾਲ ਤੁਸੀਂ ਦੇਖੋ ਕਿ ਉੱਪਰ ਨੂੰ ਜਾ ਰਿਹਾ ਕਿ ਨੀਚੇ ਨੂੰ ਜਾ ਰਿਹਾ। ਆਹ ਕੌਨਸਟੈਂਟ ਰਿਹਾ, ਮੀਨਸ ਇਹ 'ਚ ਫਲਕਚੁਏਸ਼ਨ ਸੀਗੀਆਂ, ਠੀਕ ਹੈ। ਇਹ ਉੱਪਰ ਗਿਆ। ਸੋ ਇੱਥੇ ਜਦੋਂ ਆਪਾਂ ਓਵਰਆਲ ਲਿਖਿਆ, ਸੋ ਆਪਾਂ ਲਿਖਿਆ ਦੇਰ ਵਾਜ਼ ਐਨ ਅਪਵਰਡ ਟ੍ਰੈਂਡ ਇਨ ਦਾ ਅਮਾਊਂਟ ਆਫ ਗੁਡਸ ਟਰਾਂਸਪੋਰਟਡ ਥਰੂ all the modes except in railways, ਠੀਕ ਹੈ। ਸੋ ਦੈਟ ਮੀਨਸ ਰੇਲਵੇ ਨੂੰ ਛੱਡ ਕੇ ਬਾਕੀ ਸਾਰਿਆਂ 'ਚ ਅਪਵਰਡ ਟ੍ਰੈਂਡ ਸੀਗਾ। ਸੋ ਰੇਲਵੇ ਨੂੰ ਉਹ 'ਚ ਕੰਸੀਡਰ ਨਹੀਂ ਕੀਤਾ। ਅਤੇ ਉਸ ਤੋਂ ਇਲਾਵਾ ਜਿਹੜੀ ਚੀਜ਼ ਆਪਾਂ ਇਹ 'ਚ ਹਾਈਲਾਈਟ ਕਰ ਸਕਦੇ ਹਾਂ ਉਹ ਹੈ ਹਾਈਐਸਟ ਐਂਡ ਲੋਐਸਟ ਵੈਲਿਊਜ਼। ਮੋਸਟ ਲਾਈਕਲੀ ਜੇ ਤੁਹਾਨੂੰ ਕੋਈ ਹੋਰ ਸਪੈਸੀਫਿਕ ਚੀਜ਼ ਲੱਗਦੀ ਹੈ ਕਿ ਮੈਂ ਹਾਈਲਾਈਟ ਕਰਾਂ, ਠੀਕ ਹੈ, ਬਟ ਆਈ ਡੋਂਟ ਥਿੰਕ ਉਹਦੀ ਜ਼ਰੂਰਤ ਹੈ। ਸੋ ਯੂ ਕੈਨ ਟਾਕ ਅਬਾਊਟ ਹਾਈਐਸਟ ਐਂਡ ਲੋਐਸਟ ਵੈਲਿਊਜ਼। ਕੁਛ ਤੁਸੀਂ ਇੱਦਾਂ ਵੀ ਟਰਾਈ ਕਰ ਸਕਦੇ ਹੋ। ਫੋਰ ਐਗਜ਼ਾਮਪਲ ਲੈਟਸ ਸੀ ਕਿ ਵੈਲਿਊਜ਼ ਹੈ ਜਿਹੜੀਆਂ ਆਲਮੋਸਟ ਥੋੜ੍ਹੀ ਬਹੁਤ ਵਧੀ ਹੈ ਜਾਂ ਥੋੜ੍ਹੀ ਘਟੀ ਹੈ, ਠੀਕ ਹੈ। ਇਸ ਤਰ੍ਹਾਂ ਵੈਲਿਊਜ਼ ਆ ਕੌਨਸਟੈਂਟ ਹੈ, ਬਟ ਕੋਈ ਇੱਦਾਂ ਦੀ ਵੈਲਿਊ ਹੈ ਜਿਹੜੀ ਇਸ ਤਰ੍ਹਾਂ ਰਾਈਜ਼ ਹੋ ਰਹੀ ਹੈ, ਪਲੀਜ਼ ਸੀਗੀ ਹਾਈਐਸਟ ਹੋ ਗਈ। ਸੋ ਆਹ ਜਿਹੜਾ ਰਾਈਜ਼ ਹੈ
ਇਹ ਸਿਗਨੀਫਿਕੈਂਟ ਰਾਈਜ਼ ਹੈ, ਠੀਕ ਹੈ, ਡਰਾਮੈਟਿਕ ਰਾਈਜ਼ ਹੈ, ਸਿਗਨੀਫਿਕੈਂਟ ਰਾਈਜ਼। ਸੋ ਇਹਨੂੰ ਤੁਸੀਂ ਸਮਹਾਓ ਆਹ ਵਾਲਾ ਪਾਰਟ ਲੈਟਸ ਸਪੋਜ਼ ਏ ਹੈ, ਬੀ ਹੈ, ਸੀ ਹੈ, ਡੀ ਹੈ, ਦੈਨ ਤੁਸੀਂ ਇਹ ਡਿਫਾਈਨ ਕਰ ਸਕਦੇ ਹੋ ਕਿ ਇਹਦੇ ਵਿੱਚ ਸਿਗਨੀਫਿਕੈਂਟ ਗਰੋਥ ਹੋਈ ਹੈ। ਲੈਟਸ ਸਪੋਜ਼ ਇੱਥੇ ਹੁੰਦੀ ਸਿਗਨੀਫਿਕੈਂਟ ਗਰੋਥ ਇੱਦਾਂ ਚਲੀ ਜਾਂਦੀ, ਤਾਂ ਮੈਂ ਇਸ ਚੀਜ਼ ਨੂੰ ਐਕਚੁਅਲੀ ਓਵਰਆਲ 'ਚ ਡਿਫਾਈਨ ਕਰਦਾ ਕਿ ਇਹ ਸੀਗਾ ਪਾਈਪਲਾਈਨ। ਸੋ ਪਾਈਪਲਾਈਨ ਦੇ ਥਰੂ ਜਿਹੜਾ ਟਰਾਂਸਪੋਰਟ ਹੋਇਆ ਨਾ ਉਹ 'ਚ ਸਿਗਨੀਫਿਕੈਂਟ ਗਰੋਥ ਦੇਖਣ ਨੂੰ ਮਿਲੀ ਹੈ। ਸੋ ਉਹ ਫਿਰ ਮੈਂ ਇੱਥੇ ਲਿਖਦਾ ਇੰਸਟੈਡ ਆਫ ਰੋਡ ਇਹਦੀ ਜਗ੍ਹਾ ਸਾਰੇ ਟ੍ਰੈਂਡਸ ਦੱਸਦਾ, ਅਪਵਰਡ ਟ੍ਰੈਂਡ ਹੈ ਜਾਂ ਡਾਊਨਵਰਡ ਹੈ, ਉਹ ਦੱਸਣ ਤੋਂ ਬਾਅਦ ਮੈਂ ਆਹ ਸਿਗਨੀਫਿਕੈਂਟ ਗਰੋਥ ਨੂੰ ਇੰਪੋਰਟੈਂਸ ਦਿੰਦਾ। ਸਰ ਇਹਨੂੰ ਹਾਈਐਸਟ ਦੇ ਵਿੱਚ ਕੰਸੀਡਰ ਕਰਨਾ ਸੀਗਾ ਫਿਰ? ਨੋ, ਹਾਈਐਸਟ ਕੰਸੀਡਰ ਕਿੱਦੋਂ ਕਰੋਗੇ? ਤਾਂ ਦੇਖੋ, ਤਾਂ ਹਾਈਐਸਟ ਆਹ ਵਾਲਾ ਪੋਰਸ਼ਨ ਹੈ ਨਾ, ਹਾਈਐਸਟ ਦਾ ਆਹ ਵਾਲਾ ਪੋਰਸ਼ਨ ਹੈ। ਦੇਖੋ ਜਿਹੜਾ ਵਰਡ ਹਾਈਐਸਟ ਹੁੰਦਾ ਹੈ ਨਾ, ਜਦੋਂ ਆਪਾਂ ਇੱਥੋਂ ਇੱਥੇ ਗਏ, ਆ ਹਾਈਐਸਟ, ਇੱਥੇ ਹਾਈਐਸਟ ਥੋੜ੍ਹੀ ਹੈ, ਇੱਥੇ ਹਾਈਐਸਟ ਥੋੜ੍ਹੀ ਹੈ, ਇੱਥੇ ਹਾਈਐਸਟ ਥੋੜ੍ਹੀ ਹੈ, ਹਾਈਐਸਟ ਇੱਥੇ ਹੋਇਆ ਨਾ। ਹਾਂ, ਤੁਸੀਂ ਇਹਨੂੰ ਇੱਦਾਂ ਡਿਫਾਈਨ ਕਰ ਸਕਦੇ ਹੋ ਕਿ ਇਟ ਅਲਟੀਮੇਟਲੀ ਬਿਕੇਮ ਹਾਈਐਸਟ ਐਟ ਦਾ ਐਂਡ। ਹਾਂ, ਤੁਹਾਨੂੰ ਇੱਦਾਂ ਨਾਲ ਲਿਖਣਾ ਪਏਗਾ ਜੇ ਤੁਸੀਂ ਹਾਈਐਸਟ ਵਰਡ ਯੂਜ਼ ਕਰਨਾ ਹੈ, ਐਟ ਦਾ ਐਂਡ। ਓਕੇ, ਮਤਲਬ ਸਟਾਰਟਿੰਗ ਦੇ ਵਿੱਚ ਨਹੀਂ ਸੀ ਤੇ ਐਂਡ ਦੇ ਵਿੱਚ ਹੋ ਗਿਆ ਨਾ। ਡੈਫੀਨੇਟਲੀ। ਜਾਂ ਤੁਸੀਂ ਇਹਨੂੰ ਜਿੱਦਾਂ ਮੈਂ ਪਹਿਲਾਂ ਵੀ ਇੱਕ ਵਾਰ ਡਿਫਾਈਨ ਕੀਤਾ ਸੀ ਕਿ ਯੂ ਕੈਨ ਸੇ ਇਟ ਵਾਸ it overtake every other transportation mode and became highest at the end. That would be a good line in case ਜੇ ਆਪਾਂ ਉਹਨੂੰ ਡਿਫਾਈਨ ਕਰਨਾ ਹੋਵੇ ਕਿ ਇਹਨੇ ਹਰ ਇੱਕ ਟਰਾਂਸਪੋਰਟੇਸ਼ਨ ਮੋਡ ਨੂੰ। ਸਰ ਉਹ ਲਾਈਨ ਲਿਖ ਦਿਓ ਇੱਥੇ, ਜੇ ਇਨ ਕੇਸ ਉਹਦਾ ਲਾਈਨ ਹੋਵੇ। So pipeline took over every mode of transportation, So pipeline took over every other mode of transportation in carrying cargo and became popular. At the end of the given period. ठीक है, that would be a great overall ਜੇ ਤੁਸੀਂ ਲਿਖਣਾ ਹੈ ਤੇ ਉਹ ਇਸ ਤਰ੍ਹਾਂ significant increase show ਕਰ ਰਿਹਾ। ਸੋ ਇੱਕ ਤਾਂ increasing decreasing order ਲਿਖ ਦਾਂਗੇ। same there was an upward trend in the amount of goods transported through all the modes। ठीक है, ठीक है, all the modes except in railways लिखा है, so in all the modes directly लिखोगे। ठीक है, ये लिख के ठीक है, क्योंकि फिर पाइपलाइन भी बढ़िया हो, सारे ही बढ़िया in that case। ठीक है, इतने सारे ही बढ़िया है। ठीक है, लेट्स सपोज किसी डिक्रीज होया भी हो सकते हैं। सो इतने आप लिख देंगे इन एडिशन, फर्दर मोर इन एडिशन कम पाइपलाइन in addition pipeline took over every other mode of transportation। mode दो बार लिखता मैं, sorry। So took over every other mode of transportation carrying cargo and became the most the more क्या है, the most popular at the end of the given period। So that could be a good overall। ते हाँ जी, ये भी ठीक है। और भी कोई क्वेरी है? No sir। ਸਰ ਮੈਂ ਪੁੱਛਣਾ ਸੀ ਇੱਕ ਕਿ ਜਿਹੜੇ ਹਾਈਐਸਟ ਆ, ਜਾਂ ਤਾਂ ਆਪਾਂ ਇਦਾਂ ਕੰਸੀਡਰ ਕਰਾਂਗੇ ਜਿੱਦਾਂ ਤੁਸੀਂ ਹੁਣੇ ਦੱਸਿਆ ਟੇਕ ਓਵਰ ਕਰ ਗਿਆ ਬਾਕੀਆਂ ਨੂੰ, ਐਂਡ ਤੇ ਜਾ ਕੇ ਹਾਈਐਸਟ ਹੋ ਗਿਆ, ਤੇ ਜਾਂ ਫਿਰ ਆ ਜਿਹੜਾ ਉੱਪਰ ਰਿਹਾ ਆ ਹੈਗਾ ਹੀ ਆ ਜਿਹੜਾ ਗ੍ਰਾਫ ਦੇ ਵਿੱਚ ਇਹ ਹਾਈਐਸਟ ਆ, ਮਤਲਬ ਇਹਨਾਂ ਦੋਨੋਂ ਤੋਂ ਇਲਾਵਾ ਹੋਰ ਵੀ ਕੋਈ ਹਾਈਐਸਟ ਹੁੰਦਾ? ਨੋ, ਹੋਰ ਕਿਹੜਾ ਹੋਏਗਾ? ਨਹੀਂ, ਇੱਕ ਜਿੱਦਾਂ ਮਤਲਬ ਹਮੇਸ਼ਾ ਹੀ ਹਾਈਐਸਟ ਰਿਹਾ। ਇੱਕ ਜੋ ਲਿਖਣਾ ਚਾਹੀਦਾ ਲਿਖਣਾ, ਹਾਂ ਜਾਂ ਉੱਦਾਂ ਲਿਖਣਾ ਚਾਹੀਦਾ ਲਿਖ। ਓਕੇ, ਜਾਂ ਇੱਦਾਂ ਵੀ ਹੋ ਸਕਦਾ ਜੋ ਮੈਂ ਇੱਕ ਹੋਰ ਸਿਨੈਰੀਓ ਦੱਸਿਆ ਸੀ, ਉਹ ਲੈਟਸ ਸੀ ਜਿੱਦਾਂ ਹੁਣ ਇਹਨੂੰ ਆਪਾਂ ਥੋੜ੍ਹਾ ਮੋਡੀਫਾਈ ਕਰ ਲੈਂਦੇ ਕਿ ਰੋਡ ਤਾਂ ਸੀਗਾ ਬਟ ਐਕਚੁਅਲੀ ਸਾਰਿਆਂ ਨੂੰ ਨਹੀਂ, ਲੈਟਸ ਸੀ ਕਿ ਇੱਥੋਂ ਆਪਾਂ ਲੈ ਲੈਂਦੇ ਹਾਂ ਵਾਟਰ ਵਾਲਾ ਜਾਂ ਰੇਲ ਵਾਲਾ, ਇਹਨਾਂ 'ਚ ਕੋਈ ਆਪਸ਼ਨ ਹੈ। ਲੈਟਸ ਸੀ ਆਹ ਕੋਈ ਸੀਗਾ ਵਾਟਰ ਵਾਲਾ ਸੀਗਾ, ਅਤੇ ਇਹ ਐਕਚੁਅਲੀ ਸਮਹਾਓ ਇਨ ਦ ਮਿਡਲ ਆਫ ਦ ਟਾਈਮ ਪੀਰੀਅਡ ਜਾਂ ਫਿਰ ਇਨ ਦ ਲੇਟਰ 2 years 3 years ਜਿੰਨਾ ਵੀ ਹੈ ਟਾਈਮ ਪੀਰੀਅਡ 'ਚ ਉਹਨੂੰ ਕ੍ਰੋਸ ਕਰ ਗਿਆ।
ठीक है, लेट्स सी इत्थे बुला लेने मिडल 'ਚ ही कर लेने, लेट्स सी। सो इत्थों क्रॉस कर गया, मिडल 'ਚ क्रॉस कर गया। सो ਆਪਾਂ ਦੈਨ ਇਹਨੂੰ ਆਪਾਂ ਲਿਖਣ ਦੇ ਲਈ ਇੱਕ ਹੋਰ ਤਰੀਕਾ ਲੈ ਸਕਦੇ ਹਾਂ ਕਿ ਆਪਾਂ ਇਹ ਵੀ ਕਹਿ ਸਕਦੇ ਹਾਂ ਇਨ ਐਡੀਸ਼ਨ ਤੋਂ ਬਾਅਦ ਦੀ ਟ੍ਰੈਂਡ ਦੱਸਣ ਤੋਂ ਬਾਅਦ ਇਨ ਐਡੀਸ਼ਨ। ਸੋ ਆਪਾਂ ਇਹਦਾ ਲਿਖਾਂਗੇ ਕਿਹੜਾ ਸੀਗਾ ਇਹ, ਰੋਡ। ਆਵਰੀ ਲਾਈਨ ਸੇਮ ਆ ਜਾਏਗੀ, road was the most popular mode of shipment. Let's see, water या rail transport, rail transport ले लें, it was overtaken by in the last 2 decades, या जे last 2 decades नहीं हैगा तो in the last 5 years 4 years जो भी तुसी mention करना है, या in the ਸਿਰਫ ਸੈਂਡ ਲਿਖਤਾ ਤੁਸੀਂ CO, हाँ। So however it was overtaken by the rails transport in the second half of the given period, या in the last 5 years of the given period, in the first 2 years, या in the last 2 years, या in the last 1 decade of the given period. So हाँ, ਇਹ ਤੁਹਾਨੂੰ ਕਾਫੀ ਵਧੀਆ ਮਾਰਕਸ ਦੇ ਸਕਦੀ ਹੈ ਇਨ ਕੇਸ ਜੇ ਤੁਸੀਂ ਇਹਨੂੰ ਡਿਫਾਈਨ ਕਰੋ, ਠੀਕ ਹੈ ਨਾਲ, ਕਿਉਂਕਿ ਇਹ ਸਿਗਨੀਫਿਕੈਂਟ ਇਹ ਬਟ ਹਾਈਐਸਟ ਹੈ ਲੋਐਸਟ ਹੈ ਹੁਣ ਸਰਟਨ ਕੇਸ ਤੁਸੀਂ ਲਿਖ ਸਕਦੇ ਹੋ। ਬਟ ਕੋਸ਼ਿਸ਼ ਕਰਨੀ ਹੈ ਤੁਸੀਂ ਸਟਿਕ ਕਰਨਾ ਹੈ ਕਿ ਓਵਰਆਲ ਜਿਹੜਾ ਹੈ ਉਹਦੇ ਵਿੱਚ ਤੁਸੀਂ ਟ੍ਰੈਂਡਸ ਡਿਫਾਈਨ ਕਰੋ ਜਿਹੜੇ ਵੀ ਹੈਗੇ ਆ ਜੋ ਵੀ ਵਿਜ਼ੀਬਲ ਹੈ, ਪਲੱਸ ਤੁਸੀਂ ਹਾਈਐਸਟ ਤੇ ਲੋਐਸਟ ਵੈਲਿਊਜ਼ ਨੂੰ ਡਿਫਾਈਨ ਕਰੋ। ਹਾਈਐਸਟ ਲੋਐਸਟ ਵੈਲਿਊਜ਼ 'ਤੇ ਤੁਸੀਂ ਇੱਦਾਂ ਧਿਆਨ ਰੱਖਣਾ ਹੈ ਕਿ ਮੇਕ ਸ਼ੋਰ ਤੁਸੀਂ ਉਹ ਹਮੇਸ਼ਾ ਹਾਈਐਸਟ ਰਹੀ ਹੈ, ਨਹੀਂ ਤਾਂ ਫਿਰ ਤੁਸੀਂ ਉਹਨੂੰ ਇੱਦਾਂ ਕੁਛ ਡਿਫਾਈਨ ਕਰੋ, ਟਰਾਈ ਟੂ ਸਕਿਪ ਇਟ, ਨਹੀਂ ਤਾਂ ਲੋਐਸਟ ਵਾਲੀ ਵੈਲਿਊ ਦੱਸ ਦਿਓ ਜਿਹੜੀ ਤੁਹਾਨੂੰ ਐਬਸੋਲੂਟ ਕਲੀਅਰ ਹੈ ਉਹ ਚੀਜ਼ ਲਿਖੋ। ਇੱਦਾਂ ਨਹੀਂ ਕਰਨਾ ਕਿ ਕੋਈ ਚੀਜ਼ ਪਹਿਲਾਂ ਹਾਈਐਸਟ ਸੀ, ਠੀਕ ਹੈ, ਪਹਿਲਾਂ ਆਹ ਵਾਲੀ ਹਾਈਐਸਟ ਸੀ, ਬਾਅਦ 'ਚੋਂ ਇਹ ਵਾਲੀ ਹਾਈਐਸਟ ਹੋ ਗਈ ਹੈ, ਉਹ ਚੇਂਜ ਹੋ ਗਿਆ ਸੀ ਸਿਨੈਰੀਓ, ਅਤੇ ਤੁਸੀਂ ਲਿਖ ਰਹੇ ਹੋ ਕਿ ਆਹ ਵੈਲਿਊ ਹਾਈਐਸਟ ਸੀਗੀ। ਤੁਹਾਨੂੰ ਉਹ ਸਪੈਸੀਫਿਕਲੀ ਟਾਈਮ ਪੀਰੀਅਡ ਮੈਂਸ਼ਨ ਕਰਨਾ ਪਏਗਾ ਕਦੋਂ ਉਹ ਹਾਈਐਸਟ ਸੀਗੀ। ਸਿਰਫ ਤੁਸੀਂ ਇੱਦਾਂ ਨਹੀਂ ਕਹਿ ਸਕਦੇ ਕਿ ਅੱਛਾ ਇਹ ਰੇਲ ਬਾਅਦ 'ਚੋਂ ਰੇਲ ਹਾਈਐਸਟ ਸੀਗੀ, ਨਹੀਂ, ਰੇਲ ਪਹਿਲਾਂ ਹਾਈਐਸਟ ਨਹੀਂ ਸੀਗੀ, ਬਾਅਦ 'ਚੋਂ ਹਾਈਐਸਟ ਹੋਈ ਹੈ, ਠੀਕ ਹੈ, ਉੱਦਾਂ ਕਰ ਸਕਦੇ ਹੋ। ਓਕੇ ਸਰ। ਹੋਰ ਕੁਛ ਪੁੱਛਣਾ ਹੈ ਇਹ 'ਚੋਂ? ਨੋ ਸਰ। Any other student? No, sir. ਪੁੱਛ ਲਓ ਕੋਈ ਨਾ ਕੋਈ। ਮਿਸ ਪ੍ਰੀਤੀ, ਅੱਛਾ ਹੁਣ ਇੱਕ ਵਾਰ ਜਿਹੜੀਆਂ ਮੈਂ ਅੱਜ ਤੁਸੀਂ ਕਾਪੀਜ਼ ਨਹੀਂ ਚੈੱਕ ਕਰਨੇ ਦਿੱਤੀਆਂ ਹੋਈਆਂ ਸੀ, ਹਾਂਜੀ ਮੈਂ ਉਹਦੇ ਵਿੱਚ ਬ੍ਰੌਡ ਹੀ ਲਿਖਿਆ ਹੋਇਆ ਕਿਉਂਕਿ ਮੈਨੂੰ ਟਰਾਂਸਪੋਰਟਡ ਦਾ ਸਿਨੋਨਿਮ ਨਹੀਂ ਪਤਾ ਸੀ। ਕੋਈ ਗੱਲ ਨਹੀਂ, ਨੋ ਪ੍ਰੋਬਲਮ, ਨੋ ਇਸ਼ੂ, ਦੇਖ ਲੈਂਦੇ ਆਪਾਂ। ਇੱਥੋਂ ਪਤਾ ਲੱਗ ਗਿਆ ਆਪਾਂ? ਗਲਤ ਹੈ? ਨਹੀਂ ਨਹੀਂ, ਇੱਦਾਂ ਗਲਤ ਨਹੀਂ ਹੈ, ਦੈਟ ਡਿਪੈਂਡਸ ਕਿ ਤੁਸੀਂ ਰੈਪੀਟੀਸ਼ਨ ਹੋ ਜਾਂਦੀ ਹੈ ਬਸ। ਹਾਂ, ਥੋੜ੍ਹੇ ਜਿਹੇ ਮਾਰਕਸ ਉਹਦੇ ਜ਼ਰੂਰ ਕੱਟੋਗੇ, ਇੱਦਾਂ ਦੀ ਗੱਲ ਨਹੀਂ। ਅੱਛਾ ਇੱਕ ਚੀਜ਼ ਆ ਹੁਣ ਇੱਥੇ ਧਿਆਨ ਇਹ ਰੱਖਣਾ ਹੈ ਕਿ ਤੁਸੀਂ ਜੇ ਲਾਸਟ ਪੋਰਸ਼ਨ ਮੈਂ ਇੱਕ ਚੀਜ਼ ਡਿਫਾਈਨ ਕਰ ਰਿਹਾ ਕਿ ਆ ਜਿਹੜਾ ਪਾਈਪਲਾਈਨ ਹੈ ਮੈਂ ਇੱਥੋਂ ਸਿੱਧਾ ਇੱਥੇ ਸ਼ਿਫਟ ਕੀਤਾ ਅਤੇ ਉਸ ਤੋਂ ਬਾਅਦ ਆ ਡਿਫਾਈਨ ਕੀਤਾ ਕੌਨਸਟੈਂਟ। ਤੁਸੀਂ ਯਾਦ ਰੱਖਣਾ ਹੈ ਕਿ ਇੱਥੋਂ ਲੈ ਕੇ ਇੱਥੇ ਤੱਕ ਇਹ ਕੀ ਸੀਗਾ, ਇਨਕਰੀਜ਼ਿੰਗ, ਅਤੇ ਉਹਦੇ ਵਿੱਚ ਬਹੁਤ ਜ਼ਿਆਦਾ ਸਿਗਨੀਫਿਕੈਂਟ ਕੁਛ ਚੇਂਜਸ ਨਹੀਂ ਸੀਗੇ, ਠੀਕ ਹੈ। ਇਸ ਕਰਕੇ ਆਪਾਂ ਇਹਨੂੰ ਇੱਦਾਂ ਡਿਫਾਈਨ ਕੀਤਾ ਅਤੇ ਉਸ ਤੋਂ ਬਾਅਦ ਕੌਨਸਟੈਂਟ ਦੱਸਿਆ। ਇਹਦਾ ਮਤਲਬ ਮੈਂ ਇੱਥੋਂ ਲੈ ਕੇ ਇੱਥੇ ਤੱਕ ਸੇਮ ਟ੍ਰੈਂਡ ਸੀ, ਇਸ ਕਰਕੇ ਉਹਨੂੰ ਸੇਮ ਡਿਫਾਈਨ ਕੀਤਾ, ਬਸ ਇੱਥੇ ਕੌਨਸਟੈਂਟ ਹੋ ਗਿਆ ਸੀ, ਇਹਨੂੰ ਮੈਂ ਹਾਈਲਾਈਟ ਕੀਤਾ, ਠੀਕ ਹੈ। ਇਹਦੇ ਵਿੱਚ ਇੱਥੋਂ ਲੈ ਕੇ ਇੱਥੇ ਤੱਕ ਇਹ ਵਧਿਆ, ਇਹਦੇ ਵਿੱਚ 2 ਡ੍ਰੌਪਸ ਆਏ ਸੀ, ਮੈਂ ਉਹਨੂੰ ਮੈਂਸ਼ਨ ਕੀਤਾ। ਤੁਸੀਂ ਜੇ ਦੇਖੋਗੇ ਤਾਂ ਕਿ 70 ਮੈਟ੍ਰਿਕ ਟਨਸ ਸ਼ਿਪ ਹੋਇਆ ਸੀ, ਇਹ ਨੰਬਰ ਵਧਿਆ 100 ਮੈਟ੍ਰਿਕ ਟਨਸ ਤੱਕ 2002 ਤੱਕ। ਹਾਲਾਂਕਿ ਇਹਦੇ ਵਿੱਚ ਸਮੋਲ 2 ਡ੍ਰੌਪ ਆਏ ਸੀ 1982 ਅਤੇ 1995 ਨੂੰ। ਬਸ ਮੈਂ ਇੰਨਾ ਹੀ ਡਿਫਾਈਨ ਕੀਤਾ ਕਿਉਂਕਿ ਉਹ ਇੰਨੇ ਸਿਗਨੀਫਿਕੈਂਟ ਨਹੀਂ ਸੀਗੇ। ਸਮੋਲ ਵਰਡ ਮੈਂ ਯੂਜ਼ ਕੀਤਾ, ਸਮੋਲ ਦੀ ਜਗ੍ਹਾ ਤੁਸੀਂ ਹੋਰ ਕਿਹੜਾ ਵਰਡ ਯੂਜ਼ ਕਰ ਸਕਦੇ ਹੋ, ਮਿਨੀਮਲ, ਸਲਾਈਟ, ਠੀਕ ਹੈ ਜੀ, ਮੀਗਰ ਡ੍ਰੌਪਸ, ਠੀਕ ਹੈ। ਅਤੇ ਠੀਕ ਹੈ, ਇਹਦੇ ਵਿੱਚ ਜਿਹੜਾ ਪਾਰਟ ਸੀਗਾ ਇਹਦੇ ਵਿੱਚ ਮੈਂ ਇੱਥੋਂ ਲੈ ਕੇ ਇੱਥੇ ਓਵਰਆਲ ਦੱਸਿਆ ਹੈ, ਬਟ ਸਮ ਹਾਊ ਆਹ ਜਿਹੜੀ ਵੈਲਿਊਜ਼ ਹੈ ਇੰਨੇ ਟਾਈਮ ਪੀਰੀਅਡ ਤੱਕ ਇਹ ਐਗਜ਼ੈਕਟਲੀ ਤਾਂ ਨਹੀਂ ਬਟ ਆਲਮੋਸਟ ਕੀ ਰਹੀ ਹੈ,
ਕੌਨਸਟੈਂਟ ਰਹੀ ਹੈ। remain constant। ਹਾਂ, ਸੋ ਇਸ ਕਰਕੇ ਮੈਂ ਇਹਨੂੰ ਸਮਹਾਉ ਥੋੜ੍ਹਾ ਜਿਹਾ ਹਾਈਲਾਈਟ ਕੀਤਾ ਹੈ, ਸਟਾਰਟਿੰਗ ਦੀ ਵੈਲਿਊ ਅਤੇ ਐਂਡ ਦੀ ਵੈਲਿਊ 'ਚ ਓਵਰਆਲ ਤਾਂ ਇਨਕਰੀਜ਼ ਹੈ ਇਨ ਜਨਰਲ, ਅਤੇ ਇੱਥੇ ਥੋੜ੍ਹਾ ਰਿਮੇਨ ਕੌਨਸਟੈਂਟ ਰਿਹਾ। ਇਹ ਜਿਹੜੀਆਂ ਵੈਲਿਊਜ਼ ਹੈ ਇਹ ਵਾਲੀ ਤੋਂ ਲੈ ਕੇ ਇਹ ਵਾਲੀ ਤੱਕ, ਇੱਥੇ ਐਕਚੁਅਲੀ ਇਹ ਇਨਕਰੀਜ਼ ਹੋਇਆ, ਨਹੀਂ ਤਾਂ ਮੋਸਟ ਲਾਈਕਲੀ ਇਹ ਕਾਈਂਡ ਆਫ ਡਰੋਪ ਹੀ ਰਿਹਾ ਇਹਦੇ ਵਿੱਚ। ਅਤੇ ਮੈਂ ਇਹਦੇ ਵਿੱਚ ਆਹ ਵੈਲਿਊ ਨੂੰ ਸਮਹਾਉ ਇਸ ਕਰਕੇ ਡਰੋਪ ਡਿਫਾਈਨ ਕੀਤਾ ਕਿਉਂਕਿ ਇਹ ਲੋਐਸਟ ਪੁਆਇੰਟ ਸੀਗਾ ਇਹਦਾ, ਇਸ ਕਰਕੇ ਇਹ ਜ਼ਿਆਦਾ ਇੰਪੋਰਟੈਂਟ ਹੈ ਮੈਂਸ਼ਨ ਕਰਨਾ। ਸੋ ਇਸ ਕਰਕੇ ਜਦੋਂ ਮੈਂ ਦੱਸਿਆ ਸੀ ਬੋਥ 40 ਮੈਟ੍ਰਿਕ ਟਨ ਦੀ ਸ਼ਿਪਮੈਂਟ ਯੂਜ਼ ਕਰਦੇ ਸੀ ਇਨ ਦਾ ਬਿਗਿਨਿੰਗ ਆਫ ਦਾ ਪੀਰੀਅਡ, ਤੁਸੀਂ ਜੇ ਇਨ ਦਾ ਬਿਗਿਨਿੰਗ ਆਫ ਦਾ ਪੀਰੀਅਡ ਪੂਰਾ ਨਹੀਂ ਲਿਖਣਾ ਹੁੰਦਾ ਨਾ, ਅਤੇ ਯੂ ਕੈਨ ਸਿੰਪਲੀ ਰਾਈਟ ਇਨ 1974 ਜਿਹੜਾ ਸਟਾਰਟਿੰਗ ਦਾ ਪੀਰੀਅਡ ਹੈ, ਠੀਕ ਹੈ। ਇਨ ਕੇਸ ਤੁਹਾਡੇ ਕਾਫੀ ਸਾਰੇ 6-7 ਵਰਡਸ ਲੈਸ ਹੋ ਜਾਣੇ ਆ, ਜੇ ਨਹੀਂ ਤਾਂ ਤੁਸੀਂ ਇਨ ਦਾ ਬਿਗਿਨਿੰਗ ਆਫ ਦਾ ਪੀਰੀਅਡ ਲਿਖ ਸਕਦੇ ਹੋ, ਠੀਕ ਹੈ। 1 2 3 4 5 6 7 ਸੋ ਇਨ ਦਾ ਬਿਗਿਨਿੰਗ ਆਫ ਦਾ ਪੀਰੀਅਡ, ਸੋ 7 ਪੀਰੀਅਡ ਸੀਗਾ ਕਿ 7 ਵਰਡ ਸੀਗਾ ਕੀ ਆ ਗਿਆ 1974 ਸਮੌਲ, ਠੀਕ ਹੈ। ਅਤੇ ਦੋਨਾਂ ਦਾ ਕੰਪਾਊਂਡ ਸੈਂਟੈਂਸ ਬਣਾ ਕੇ ਕਿ ਇੰਨੀ ਸ਼ਿਪਮੈਂਟ, ਦੋਨਾਂ ਤੋਂ ਇੰਨੀ ਸ਼ਿਪਮੈਂਟ ਹੁੰਦੀ ਸੀ, ਫਿਰ ਉਹ ਜਿਹੜਾ ਅਮਾਊਂਟ ਹੈ ਇੱਕ ਦਾ ਮੈਂ ਅਲੱਗ ਕਰ ਦਿੱਤਾ ਕਿਉਂਕਿ ਉਹ 'ਚ ਉੱਪਰ ਨੂੰ ਗਿਆ ਸੀ, ਬਾਈ ਕੰਟਰਾਸਟ ਲਿਖ ਕੇ ਦੂਸਰੇ ਦਾ ਆਪਾਂ ਅਲੱਗ ਕਰ ਦਿੱਤਾ, ਠੀਕ ਹੈ। ਹਾਲਾਂਕਿ ਉਹ ਵਾਪਸ ਆ ਗਿਆ ਸੀ ਪ੍ਰੀਵੀਅਸ ਪੋਜੀਸ਼ਨ 'ਤੇ 1974 ਦੀ ਪ੍ਰੀਵੀਅਸ ਪੋਜੀਸ਼ਨ 'ਤੇ 2002 ਤੱਕ, ਠੀਕ ਹੈ। ਅਤੇ ਆਪਾਂ ਇਹਨੂੰ ਡਿਫਾਈਨ ਕੀਤਾ, ਫਿਰ ਲਾਸਟ ਵਾਲੇ ਨੂੰ ਗੱਬੇ 2 ਡਿਫਾਈਨ ਕੀਤਾ। ਹਾਲਾਂਕਿ ਆਪਾਂ ਫਸਟ ਤੋਂ ਬਾਅਦ ਸੈਕਿੰਡ ਇਹਨੂੰ ਵੀ ਲੈ ਸਕਦੇ ਹਾਂ, 2 ਜਣਿਆਂ ਨੂੰ ਇਹ 2 ਵਾਲਿਆਂ ਨੂੰ ਨੀਚੇ ਵੀ ਡਿਫਾਈਨ ਕਰ ਸਕਦੇ ਹਾਂ, ਠੀਕ ਹੈ ਓਵਰਆਲ। ਅਤੇ ਇਨ ਕੇਸ ਜੇ ਤੁਹਾਨੂੰ ਇੱਕ ਹੋਰ ਪੋਰਸ਼ਨ ਓਵਰਆਲ 'ਚ ਦੇਰ ਵਾਜ਼ ਐਨ ਅਪਵਰਡ ਟਰੈਂਡ, ਇੱਥੇ ਤੁਸੀਂ ਇਨ ਜਨਰਲ ਵਰਡ ਯੂਜ਼ ਕਰ ਸਕਦੇ ਹੋ। ਦੇਰ ਵਾਜ਼ ਐਨ ਅਪਵਰਡ ਟਰੈਂਡ ਇਨ ਜਨਰਲ ਇਨ ਦਾ ਅਮਾਊਂਟ ਆਫ ਗੁੱਡ ਟਰਾਂਸਪੋਰਟਡ ਥਰੂ ਆਲ ਦਾ ਮੋਡਸ, ਜਾਂ ਇਨ ਜਨਰਲ ਤੁਸੀਂ ਇੱਥੇ ਨਹੀਂ ਲਿਖਣਾ, ਪਿੱਛੇ ਵੀ ਲਿਖ ਸਕਦੇ। ਸੋ ਦੇਰ ਵਾਜ਼ ਐਨ ਅਪਵਰਡ ਟਰੈਂਡ in general, upward trend in the amount of goods transported through all the modes in general except in railways, ठीक है। क्लियर हो गया कि नहीं? yes sir। ਸੋ ਆਪਾਂ ਉੱਥੇ ਚੀਜ਼ਾਂ ਨੂੰ ਹਾਈਲਾਈਟ ਕਰਨਾ ਹੈ ਜੋ ਆਪਣੀ ਨਾਰਮਲ ਟੈਂਡੈਂਸੀ ਦੇ ਆਪੋਜ਼ਿਟ ਜਾਂਦੀਆਂ ਹੈ, ਮਤਲਬ ਜਿਹੜੀਆਂ ਉੱਪਰ ਜਾ ਰਹੀਆਂ ਬਟ ਜਿੱਥੇ ਜਿੱਥੇ ਉਹ ਜਿਹੜੀ ਚੀਜ਼ ਉੱਪਰ ਨੂੰ ਜਾ ਰਹੀ ਹੈ, ਜਿੱਥੇ ਇੱਥੇ ਉਹ ਨੀਚੇ ਡਰੋਪ ਹੋ ਰਹੀ ਹੈ ਉਹਨੂੰ ਹਾਈਲਾਈਟ ਕਰ ਲਓ। ਜਿਹੜੀ ਚੀਜ਼ ਨੀਚੇ ਜਾਂਦੀ ਹੈ ਜਿੱਥੇ ਇੱਥੇ ਉਹ ਉੱਪਰ ਜਾ ਰਹੀ ਹੈ ਉਹਨੂੰ ਹਾਈਲਾਈਟ ਕਰ ਦਿਓ, ਜਾਂ ਕੌਨਸਟੈਂਟ ਰਹੀ ਹੈ ਉਹਨੂੰ ਹਾਈਲਾਈਟ ਕਰ ਦਿਓ, ਠੀਕ ਹੈ। ਬਟ ਉੱਥੇ ਵੀ ਹਰ ਇੱਕ ਨੀਟੀ ਗ੍ਰਿਟੀ ਦੇ ਵਿੱਚ ਨਹੀਂ ਜਾਣਾ, ਤੁਹਾਨੂੰ 200 ਵਰਡਸ ਦੇ ਵਿੱਚ ਆਪਾਂ ਲਿਖਣਾ ਅਬਾਊਟ 150 ਜਾਂ 199, ਜਿੱਦਾਂ ਇੱਥੇ 199 ਵਰਡਸ ਹੈ, ਉਹਦਾ 150 ਵਰਡਸ ਹੁੰਦੇ ਆ, 150 ਤੋਂ 200 ਵਰਡਸ ਦੇ ਵਿੱਚ ਤੁਸੀਂ ਸਮਹਾਉ ਲਿਖਣਾ। ਅਤੇ ਸਿਰਫ ਸਿਲੈਕਟਿਵ ਜਿਹੜੇ ਹੈ ਮੇਨ ਫੀਚਰਸ ਹੈ ਤੁਸੀਂ ਉਹਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਡੋਂਟ ਥਿੰਕ ਕਿ ਤੁਹਾਨੂੰ ਹਰ ਇੱਕ ਨੀਟੀ ਗ੍ਰਿਟੀ 'ਚ ਦੱਸਣਾ ਇੱਥੇ ਥੋੜ੍ਹਾ ਜਿਹਾ ਵਧਿਆ, ਇੱਥੇ ਥੋੜ੍ਹਾ ਜਿਹਾ ਘਟਿਆ, ਇੱਥੇ ਥੋੜ੍ਹਾ ਜਿਹਾ ਵਧਿਆ, ਇੱਥੇ ਥੋੜ੍ਹਾ ਜਿਹਾ ਘਟਿਆ, ਇੱਦਾਂ ਨਹੀਂ ਲਿਖਣਾ ਆਪਾਂ, ਠੀਕ ਹੈ। ਅਤੇ ਕੰਪੈਰੀਜ਼ਨਸ ਆਪਾਂ ਕਰਨੇ ਆ ਬੇਸਿਕਲੀ ਜਿਹੜੀ ਹਾਈਐਸਟ ਹੈ ਲੋਐਸਟ ਹੈ, ਠੀਕ ਹੈ, ਉਹਨੂੰ ਡਿਫਾਈਨ ਕਰਨਾ, ਵੈਲਿਊਜ਼ ਕਿਹੜੀਆਂ ਕਿੱਦਾਂ ਹੈਗੀਆਂ, ਠੀਕ ਹੈ। ਕਲੀਅਰ ਹੋ ਗਿਆ? ਸੋ ਉਹਦੇ ਨਾਲ ਹੁਣ ਆਪਾਂ ਆਫ ਕਰਦੇ ਹਾਂ। ਅਤੇ ਹਾਂਜੀ ਸਰ ਤੁਸੀਂ ਰਾਈਟਿੰਗ ਟਾਸਕ 2 ਵੀ ਟੀਚ ਕਰਦੇ ਆ? ਆਪਾਂ ਬਿਲਕੁਲ ਇੱਥੇ ਡਿਸਕਸ ਕਰਾਂਗੇ, 1 ਆਵਰ ਦੀ ਕਲਾਸ ਹੋਏਗੀ ਮੋਸਟ ਲਾਈਕਲੀ। ਆਪਾਂ ਰੀਡਿੰਗ, ਰਾਈਟਿੰਗ, ਲਿਸਨਿੰਗ ਕੋਈ ਵੀ ਪੋਰਸ਼ਨ ਹੋਏਗਾ ਉਹ ਆਪਾਂ ਡਿਸਕਸ ਕਰਾਂਗੇ, ਯੈਸ ਸਰ, ਠੀਕ ਹੈ। ਕੱਲ੍ਹ ਮੋਸਟ ਲਾਈਕਲੀ ਆਪਾਂ ਮੇਬੀ ਰਾਈਟਿੰਗ ਟਾਸਕ 2 ਡਿਸਕਸ ਕਰਾਂਗੇ, ਠੀਕ ਹੈ ਸਰ। ਅਤੇ ਓਕੇ ਪ੍ਰੀਤੀ ਤੁਸੀਂ ਪੁੱਛਣਾ ਹੈ 2 ਮਿੰਟ। ਕਾਜਲ ਕਾਜਲ ਚਲੇ ਗਏ? ਕਾਜਲ ਓਕੇ। ਸੋ ਕਾਜਲ ਆਪਾਂ ਇੱਕ ਵਾਰ ਨਾ ਕੱਲ੍ਹ ਡਿਟੇਲ 'ਚ ਤੁਸੀਂ ਜਦੋਂ ਇੱਥੇ ਹੋਵੋਗੇ ਤਾਂ ਆਪਾਂ ਡਿਟੇਲ ਦੇ ਵਿੱਚ ਇਹ ਤੁਹਾਨੂੰ ਮੈਂ ਟਾਸਕ ਸਮਝਾਊਂਗਾ, ਕਿਉਂਕਿ ਮੈਨੂੰ ਲੱਗਦਾ ਨਹੀਂ ਹੈ ਕਿ ਤੁਹਾਨੂੰ ਹਾਲੇ ਪੂਰਾ ਇੱਕਦਮ ਸਮਝ ਆਇਆ। ਯੈਸ ਚਲੋ ਕੋਈ ਗੱਲ ਨਹੀਂ। ਹਾਂਜੀ ਸਰ ਆ ਗਿਆ। ਜਿਹੜਾ ਨਾ ਕਲਾਸ ਦੇ ਵਿੱਚ ਕਰਵਾਇਆ ਸੀਗਾ ਨਾ ਉਹ ਮੈਂ ਕਾਪੀ ਤੇ ਤਾਂ ਲਿਖਿਆ ਸੀ, ਲੇਕਿਨ ਉਹ ਤੁਹਾਡੇ ਕੋਲ ਰਹਿ ਗਈ, ਤੇ ਇਸ ਲਈ ਤੁਸੀਂ ਨਾ ਪਲੀਜ਼ ਗਰੁੱਪ ਵਿੱਚ ਪਾ ਦਿਓ ਜਿਹੜਾ ਰਾਈਟਿੰਗ ਟਾਸਕ 2 ਨਹੀਂ ਕੀਤਾ ਸੀ। ਓਕੇ ਰਾਈਟਿੰਗ ਟਾਸਕ 2 ਮੈਂ ਗਰੁੱਪ 'ਚ ਪਾਇਆ ਨਹੀਂ ਅੱਜ? ਮੈਨੂੰ ਲੱਗਦਾ ਨਹੀਂ ਪਾਇਆ। ਨਹੀਂ ਸਰ, ਮੈਂ ਹੁਣੇ ਪਾ ਦੇਣਾ, ਕੋਈ ਗੱਲ ਨਹੀਂ। ਹੁਣੇ ਪਾ ਦਿਓ ਚੇਤੇ ਦੇ ਨਾਲ। ਕੋਈ ਗੱਲ ਨਹੀਂ, ਮੈਂ ਹੁਣੇ ਪਾ ਦੇਣਾ। ਠੀਕ। ਹਾਂਜੀ ਪ੍ਰੀਤੀ ਪੁੱਛੋ ਤੁਸੀਂ ਕੀ ਪੁੱਛਣਾ ਹੈ। नो नहीं ठीक है। सो प्रीति पूछ रहा है कि अज आप 100 मिलियन नू 1 बिलियन कह सकते हैं? नहीं आप नहीं कह सकते। वो रीजन मैं दस पेन की पेंसिल कितनी की। अच्छा
ਜਿਹੜੀ ਇਹ ਟਰਮਸ ਨੂੰ ਆਪਾਂ ਯੂਜ਼ ਕਰਦੇ ਨਾ ਮਿਲੀਅਨ ਬਿਲੀਅਨ, ਸੋ ਇਹ 3 ਦੇ ਵਿੱਚ ਜਾਂਦੀਆਂ। ਇਹਦਾ 3000 ਹੋ ਗਿਆ, ਇਹ ਮਿਲੀਅਨ ਹੋ ਗਿਆ। ਜਦੋਂ ਇੱਥੇ ਮੈਂ ਇੱਕ 1 ਲਿਖੂੰਗਾ ਤੇ ਇਹ ਬਿਲੀਅਨਸ ਹੋ ਗਿਆ, ਇਹ ਟ੍ਰਿਲੀਅਨਸ ਹੋ ਗਿਆ। ਸੋ ਇਹਦਾ ਮਤਲਬ 1 ਬਿਲੀਅਨ ਜਿਹੜਾ ਹੁੰਦਾ ਹੈ ਨਾ, ਉਹਦੇ ਵਿੱਚ 1000 ਮਿਲੀਅਨ ਜਾਣਾ ਹੈ, ਠੀਕ ਹੈ। ਸੋ 1000 ਮਿਲੀਅਨਸ ਦਾ ਜਾ ਕੇ 1 ਬਿਲੀਅਨ ਬਣਦਾ ਹੈ। 100 ਮਿਲੀਅਨ ਹੈ ਜਿਹੜਾ, ਉਹਦਾ ਬਿਲੀਅਨ ਨਹੀਂ ਬਣਨਾ, ਠੀਕ ਹੈ। ਸੋ ਧਿਆਨ ਰੱਖਣਾ। ਪ੍ਰੀਤੀ ਹੋਰ ਕੋਈ ਕੁਐਸਚਨ? ਨਹੀਂ, ठीक है, पूछ लो जो कुछ पूछना है, तो अपन लीव कर रहे हैं, ठीक है। ओके सर। गुड इवनिंग। गुड इवनिंग। गुड गुड इवनिंग इवनिंग सर। गुड इवनिंग सर। गुड इवनिंग। सर गुड इवनिंग। गुड इवनिंग सर। गुड इवनिंग।